ਹਾਂਜੀ, ਜੈ ਮਾਸਤਾਂ ਦੀ ਸਾਰਿਆਂ ਨੂੰ। ਅੱਜ ਸਾਰੀਆਂ ਹੀ ਸੰਗਤਾਂ ਨੂੰ ਪੀਰ ਮੀਆਂ ਹਸਨ ਮੁਹੰਮਦ ਸ਼ਾਹ ਜੀ ਦੇ ਦਰਬਾਰ ਬਾਰੇ ਜਾਣਕਾਰੀ ਦਿੰਦੇ ਹਾਂ ਔਰ ਦਾਤਾ ਜੀ ਦੇ ਦਰਬਾਰ ਦੇ ਨਾਲ ਜੋ ਇਤਿਹਾਸ ਜੁੜਿਆ ਹੋਇਆ ਹੈ ਉਸ ਬਾਰੇ ਵੀ ਆਪ ਸਾਰੀਆਂ ਹੀ ਸੰਗਤਾਂ ਨੂੰ ਦੱਸਦੇ ਹਾਂ। ਇਸ ਵਕਤ ਜੋ ਦਾਤਾ ਜੀ ਦਾ ਦਰਬਾਰ ਬਣਿਆ ਹੋਇਆ ਹੈ ਉਹ 7 ਮੰਜ਼ਿਲਾ ਦਰਬਾਰ ਬਣਿਆ ਹੋਇਆ ਹੈ ਜੋ ਕਿ ਪਿੰਡ ਹਰਮੋਇਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਹੈ। ਪੀਰ ਮੀਆਂ ਹਸਨ ਮੁਹੰਮਦ ਸ਼ਾਹ ਜੀ ਦਾ ਦਰਬਾਰ ਬਹੁਤ ਹੀ ਆਲੀਸ਼ਾਨ ਬਣਾਇਆ ਗਿਆ ਹੈ। ਸੋ ਦਾਤਾ ਜੀ ਦਾ ਦਰਬਾਰ ਦਾ ਇਤਿਹਾਸ ਦੱਸਦੇ ਹਾਂ ਕਿ 1947 ਤੋਂ ਪਹਿਲਾਂ ਮੀਆਂ ਜੀ ਦਾ ਦਰਬਾਰ ਕਿਸ ਤਰ੍ਹਾਂ ਦਾ ਸੀ ਔਰ ਕਿਸ ਨੇ ਇਸ ਦਰਬਾਰ ਦੀ ਨੀਂਹ ਰਖਾਈ ਸੀ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਸ ਵਕਤ ਪੀਰ ਮੀਆਂ ਹਸਨ ਮੁਹੰਮਦ ਸੱਚੀ ਸਰਕਾਰ ਲਾਹੌਰ ਜੇਲ੍ਹ ਦੇ ਵਿੱਚ ਕੈਦ ਸਨ, ਉੱਥੇ ਦਾ ਇੱਕ ਨਾਮੀ ਬਦਮਾਸ਼ ਹੁੰਦਾ ਸੀ ਜਿਸ ਦਾ ਨਾਂ ਦਾਦੂ ਖਾਂ ਸੀ। ਉਸ ਉੱਪਰ ਕਤਲ ਕੇਸ ਦੇ ਮੁਕੱਦਮੇ ਚੱਲ ਰਹੇ ਸਨ ਔਰ ਉਸ ਦਾ ਨਾਮ ਬਹੁਤ ਹੀ ਮਸ਼ਹੂਰ ਸੀ। ਜਿਸ ਵਕਤ ਦਾਦੂ ਖਾਂ ਨੂੰ ਪਤਾ ਲੱਗਾ ਕਿ ਹੁਣ ਉਸ ਦੀ ਰਿਹਾਈ ਮੁਸ਼ਕਿਲ ਹੈ, ਉਹ ਪੀਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਦੇ ਪਾਸ ਗਿਆ। ਉਸਨੇ ਕਿਆ ਕਰਨਾ ਕਿ ਮੀਆਂ ਹਸਨ ਮੁਹੰਮਦ ਸਰਕਾਰਾਂ ਦੇ ਜਿਤਨੀ ਵੀ ਸੰਗਤ ਜਾਂਦੀ ਹੁੰਦੀ ਸੀ ਦਰਸ਼ਨ ਕਰਨ, ਉਹਨਾਂ ਸੰਗਤਾਂ ਦੀ ਸੇਵਾ ਕਰਦਾ ਰਿਹਾ। ਉਹ ਕਦੀ ਵੀ ਦਾਤਾ ਜੀ ਦੇ ਸਾਹਮਣੇ ਨਹੀਂ ਗਿਆ। ਉਸ ਨੂੰ ਸੇਵਾ ਕਰਦਿਆਂ ਕਾਫੀ ਸਮਾਂ ਹੋ ਗਿਆ। ਇੱਕ ਦਿਨ ਪੀਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਦੇ ਦਿਲ ਵਿੱਚ ਆਈ ਔਰ ਉਹਨਾਂ ਨੇ ਦਾਦੂ ਖਾਂ ਨੂੰ ਗਾਲ ਕੱਢੀ ਔਰ ਆਵਾਜ਼ ਲਗਾਈ ਔਰ ਧਰਤੀ 'ਤੇ 2 ਵਾਰੀ ਹੱਥ ਮਾਰਦਿਆਂ ਕਿਹਾ ਕਿ ਜਾ ਦਾਦੂ ਖਾਂ, ਤੂੰ ਅੱਜ ਤੋਂ ਬਰੀ ਹੋ ਗਿਆ। ਸੋ ਦਾਦੂ ਖਾਂ 'ਤੇ ਜਿਤਨੇ ਵੀ ਮੁਕੱਦਮੇ ਚੱਲ ਰਹੇ ਸਨ, ਦਾਦੂ ਖਾਂ ਉਹਨਾਂ ਕੇਸਾਂ ਦੇ ਵਿੱਚੋਂ ਬਰੀ ਹੋ ਗਿਆ। ਦਾਦੂ ਖਾਂ ਕਾਫੀ ਅਮੀਰ ਹੁੰਦਾ ਸੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਤਰ੍ਹਾਂ ਜੋ ਦਾਦੂ ਖਾਂ ਸੀ ਉਹ ਬਦਮਾਸ਼ੀ ਲੈਣ ਛੱਡ ਕੇ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਦਾ ਮੁਰੀਦ ਹੋਇਆ। ਔਰ ਹੁਣ ਗਾਂ ਦਾ ਇਤਿਹਾਸ ਦੱਸਦੇ ਹਾਂ। ਜਿਸ ਵਕਤ ਪੀਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੇ ਲਾਹੌਰ ਜੇਲ੍ਹ ਵਿੱਚੋਂ ਆਪਣੀ ਸਜ਼ਾ ਪੂਰੀ ਕਰ ਲਈ, ਸੋ ਆਪ ਹਰਮੋਇਆ ਵਿੱਚ ਆਏ। ਲਾਹੌਰ ਤੋਂ ਦਾਦੂ ਖਾਂ ਆਪ ਜੀ ਦੇ ਦਰਸ਼ਨਾਂ ਵਾਸਤੇ ਹਰਮੋਇਆ ਆਇਆ ਔਰ ਉਸਨੇ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੂੰ ਕਿਹਾ ਕਿ ਦਾਤਾ ਜੀ, ਮੈਂ ਆਪ ਜੀ ਦਾ ਜੋ ਦਰਬਾਰ ਹੈ ਉਹ 14 ਮੰਜ਼ਿਲਾ ਤਿਆਰ ਕਰਵਾਉਣਾ ਚਾਹੁੰਦਾ ਹਾਂ ਜੋ ਕਿ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ ਤੋਂ ਦਿਸੇ। ਪਰ ਪੀਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੇ ਉਸ ਨੂੰ ਮਨਾ ਕਰ ਦਿੱਤਾ। ਪਰ ਫਿਰ ਵੀ ਉਸਨੇ ਦਾਤਾ ਜੀ ਦੇ ਵਾਸਤੇ 3 ਭੱਠੇ ਲਵਾਏ। ਇੱਕ ਭੱਠਾ ਬਡਿਆਲਾ ਵਿੱਚ, ਦੂਜਾ ਭੱਠਾ ਰਾਜਪੁਰ ਡਬਰੀ ਵਿੱਚ ਔਰ ਤੀਸਰੇ ਭੱਠੇ ਦੀ ਅਜੇ ਤਿਆਰੀ ਹੋਣੀ ਸੀ। ਸੋ ਪੀਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਦੇ ਦਰਬਾਰ ਵਾਸਤੇ ਦਾਦੂ ਖਾਂ ਨੇ 3 ਭੱਠੇ ਲਵਾਏ। ਸੋ ਇੱਥੇ ਦਾਤਾ ਜੀ ਦੀ ਦਰਬਾਰ ਦੀਆਂ ਨੀਹਾਂ ਦੇ ਵਿੱਚ ਦਾਦੂ ਖਾਂ ਦਾ ਜੋ ਬਡਿਆਲਾ ਭੱਠਾ ਸੀ ਉਸ ਦੇ ਪਹਿਲੇ ਪੂਰ ਦੀਆਂ ਇੱਟਾਂ ਲੱਗੀਆਂ ਹੋਈਆਂ ਹਨ। ਜਿਸ ਵਕਤ ਦਾਤਾ ਜੀ ਦਾ ਆਖਰੀ ਵਕਤ ਆਇਆ, ਸੋ ਆਪ ਗੱਡੇ ਵਿੱਚ ਬੈਠ ਕੇ ਸੈਰ ਕਰਦੇ ਸਨ। ਉਸ ਗੱਡੇ ਨੂੰ 2 ਬੰਦੇ ਖਿੱਚਦੇ ਹੁੰਦੇ ਸਨ। ਪੀਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੇ ਆਪਣੇ ਦੁਨੀਆ ਤੋਂ ਜਾਣ ਤੋਂ 3 ਮਹੀਨੇ ਪਹਿਲਾਂ ਬੋਲਣਾ ਬੰਦ ਕਰ ਦਿੱਤਾ ਔਰ ਆਪ ਜੀ ਜੋ ਵੀ ਗੱਲ ਸਮਝਾਉਂਦੇ ਹੁੰਦੇ ਸਨ ਕੇਵਲ ਇਸ਼ਾਰਿਆਂ ਦੇ ਨਾਲ ਹੀ ਸਮਝਾਉਂਦੇ ਹੁੰਦੇ ਸਨ। 10 ਨਵੰਬਰ 1945 ਦਿਨ ਬੁੱਧਵਾਰ ਨੂੰ ਪੀਰ ਮੀਆਂ ਹਸਨ ਮੁਹੰਮਦ ਸੱਚੀ ਸਰਕਾਰ ਆਪਣਾ ਸਰੀਰ ਤਿਆਗ ਗਏ। ਪੀਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੂੰ ਰੂਹ ਖੇੜੇ ਦੇ ਨਾਲ ਅੰਤਿਮ ਇਸ਼ਨਾਨ ਕਰਾਇਆ ਗਿਆ। ਆਪ ਜੀ ਦੇ ਜਨਾਜ਼ੇ ਨੂੰ ਇਸ ਸਥਾਨ ਤੋਂ ਮਾਈ ਜਾਮਣ ਸ਼ਾਹ ਜੀ ਨੂੰ ਜਿਸ ਵਕਤ ਲਿਜਾਇਆ ਗਿਆ, ਆਪ ਜੀ ਦੇ ਉੱਪਰੋਂ ਦਾਦੂ ਖਾਂ ਨੇ ਜੋ ਪੈਸਿਆਂ ਦੀਆਂ ਬੋਰੀਆਂ ਲਿਆਂਦੀਆਂ ਸਨ ਉਹਨਾਂ ਦੀ ਵਰਖਾ ਕੀਤੀ ਗਈ ਔਰ ਆਪ ਜੀ ਵਾਸਤੇ ਦਾਦੂ ਖਾਂ ਨੇ 4 ਕੈਮਰੇ ਜੋ ਕਿ ਕਾਲੇ ਪਰਦੇ ਵਾਲੇ ਹੁੰਦੇ ਸਨ ਬੰਬੇ ਸ਼ਹਿਰ ਤੋਂ ਮੰਗਾਏ। ਆਪ ਜੀ ਦੀਆਂ ਤਸਵੀਰਾਂ ਖਿੱਚੀਆਂ ਗਈਆਂ ਪਰ ਪੀਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਦੇ ਜਨਾਜ਼ੇ ਦੀ ਕੋਈ ਵੀ ਤਸਵੀਰ ਦਾਦੂ ਖਾਂ ਦੇ ਕਿਸੇ ਵੀ ਕੈਮਰੇ ਦੇ ਵਿੱਚ ਕੈਦ ਨਹੀਂ ਹੋਈ। ਸੋ ਇੱਦਾਂ ਦੀਆਂ ਕਰਾਮਾਤਾਂ ਪੀਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਦੀਆਂ ਸਨ। 3 ਦਿਨਾਂ ਤੱਕ ਆਪ ਜੀ ਦਾ ਸਰੀਰ ਸੰਗਤ ਦੀ ਦਰਸ਼ਨੀ ਵਾਸਤੇ ਰੱਖਿਆ ਗਿਆ ਔਰ ਦਾਤਾ ਜੀ ਦਾ ਜੋ ਸਰੀਰ ਸੀ 3 ਦਿਨ ਲਗਾਤਾਰ ਲਾਲ ਸੁਰਖ ਰਿਹਾ। ਉਹਨਾਂ ਦੇ ਚਿਹਰੇ ਉੱਤੇ ਨੂਰ ਝਲਕ ਰਿਹਾ ਸੀ। ਦਿਨ ਸ਼ੁੱਕਰਵਾਰ ਨੂੰ ਆਪ ਜੀ ਦਾ ਜੋ ਸਰੀਰ ਮੁਬਾਰਕ ਸੀ ਉਹ ਜ਼ਮੀਨ ਦੇ ਵਿੱਚ ਦਫਨਾ ਦਿੱਤਾ ਗਿਆ। ਦਾਤਾ ਜੀ ਦਾ ਜੋ ਸੰਦੂਕ ਹੈ ਉਹ ਇੰਨੀ ਡੂੰਘਾਈ ਤੱਕ ਲਟਕਾਇਆ ਗਿਆ ਹੈ ਕਿ ਥੱਲਿਓਂ ਪਾਣੀ ਦੀ ਸੇਮ ਨਿਕਲ ਰਹੀ ਹੈ, ਥੱਲਿਓਂ ਪਾਣੀ ਸਿਮਦਾ ਹੈ। ਸੋ ਇੰਨੀ ਡੂੰਘਾਈ ਦੇ ਵਿੱਚ ਪੀਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਦਾ ਜੋ
ਸੰਦੂਕ ਹੈ, ਝੂਲੇ ਦੇ ਰੂਪ ਵਿੱਚ ਲਟਕਾਇਆ ਗਿਆ ਹੈ। ਦਾਤਾ ਜੀ ਦਾ ਜੋ ਸਰੀਰ ਸੀ ਉਹ ਇਸੇ ਹੀ ਸਥਾਨ 'ਤੇ ਦਫਨਾਇਆ ਗਿਆ ਹੈ। ਸ਼ੁੱਕਰਵਾਰ ਨੂੰ ਆਪ ਜੀ ਦਾ ਕਫਨ ਦਫਨ ਕੀਤਾ ਗਿਆ ਔਰ ਸ਼ਨੀਵਾਰ ਨੂੰ ਨੀਹਾਂ ਦੀ ਬੁਨਿਆਦ ਰੱਖੀ ਗਈ। ਜੋ ਭੱਠਾ ਦਾਦੂ ਖਾਂ ਨੇ ਬਡਿਆਲਾ ਵਿਖੇ ਲਵਾਇਆ ਸੀ ਉਸ ਦੇ ਪਹਿਲੇ ਪੂਰ ਦੀਆਂ ਇੱਟਾਂ ਇਸ ਦੀ ਨੀਹਾਂ ਵਿੱਚ ਲੱਗੀਆਂ ਹੋਈਆਂ ਹਨ। ਤਕਰੀਬਨ 5 ਲੱਖ ਦੇ ਕਰੀਬ ਇੱਟਾਂ ਇਸ ਦਰਬਾਰ ਦੀ ਨੀਂਹ ਦੇ ਵਿੱਚ ਲੱਗੀਆਂ ਹੋਈਆਂ ਹਨ ਔਰ ਨੀਹਾਂ ਦੀ ਚੌੜਾਈ ਇੰਨੀ ਰੱਖੀ ਗਈ ਹੈ ਜਿਸ ਦੇ ਉੱਪਰ 14 ਮੰਜ਼ਲਾ ਦਰਬਾਰ ਤਿਆਰ ਕੀਤਾ ਜਾਣਾ ਸੀ। ਦਰਬਾਰ ਦੀ ਤਿਆਰੀ ਦਾ ਕੰਮ ਅਜੇ ਚੱਲ ਹੀ ਰਿਹਾ ਸੀ ਕਿ ਉਸ ਤੋਂ ਬਾਅਦ 1947 ਦੀ ਵੰਡ ਹੋ ਗਈ ਔਰ ਵੰਡੀਆਂ ਪੈਣ ਦੇ ਕਾਰਨ ਦਾਤਾ ਜੀ ਦੇ ਦਰਬਾਰ ਦਾ ਜੋ ਕੰਮ ਸੀ ਉਹ ਵਿੱਚ ਹੀ ਰੁਕ ਗਿਆ। ਸੋ ਕੇਵਲ ਉੱਪਰ ਇੱਕ ਥੜਾ ਹੀ ਤਿਆਰ ਕੀਤਾ ਗਿਆ ਸੀ। ਉਸ ਤੋਂ ਬਾਅਦ 1947 ਦੀ ਵੰਡ ਹੋ ਗਈ। ਸੋ 1947 ਦੀ ਵੰਡ ਦੇ ਸਮੇਂ ਦਾਤਾ ਜੀ ਦੇ ਦਰਬਾਰ ਦੀਆਂ ਇੱਟਾਂ ਕਾਫੀ ਲੋਕ ਚੁੱਕ ਕੇ ਆਪਣੇ ਘਰਾਂ ਨੂੰ ਲੈ ਗਏ ਔਰ ਕਾਫੀ ਸਮਾਨ ਚੁੱਕ ਲਿਆ ਗਿਆ। ਦੱਸਦੇ ਹਨ ਕਿ ਪਿੰਡ ਪਟਰਾਣੇ ਦੇ ਇੱਕ ਬੰਦੇ ਨੇ ਆਪ ਜੀ ਦੇ ਦਰਬਾਰ ਦੀਆਂ ਇੱਟਾਂ ਚੱਕ ਲਈਆਂ ਔਰ ਕਹਿਣ ਲੱਗਾ ਕਿ ਦੇਖਦਾ ਹਾਂ ਕਿ ਬਾਬਾ ਮੇਰਾ ਕੀ ਵਿਗਾੜਦਾ ਹੈ। ਸੋ ਦਾਤਾ ਜੀ ਦੀ ਉਸ ਇਨਸਾਨ 'ਤੇ ਇੰਨੀ ਕਰੂਪੀ ਹੋਈ ਕਿ ਉਹ ਇਨਸਾਨ ਨੂੰ ਉਜਾੜ ਕੇ ਰੱਖ ਦਿੱਤਾ, ਕਿਉਂਕਿ ਉਸਨੇ ਹੰਕਾਰ ਵਸ਼ ਇਹ ਗੱਲ ਪੀਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਨੂੰ ਕਹੀ ਸੀ। ਹੁਣ ਇਹ ਜੋ ਮਾਸਤਾਂ ਦਾ ਦਰਬਾਰ ਤੁਸੀਂ ਦੇਖ ਰਹੇ ਹੋ ਇਹ 1947 ਤੋਂ ਬਾਅਦ ਤਿਆਰ ਕਰਵਾਇਆ ਗਿਆ, ਜੋ ਕਿ ਸ਼੍ਰੀ ਸੱਜੂ ਰਾਮ ਲੋਹਾਰ ਸ਼ਾਹ ਜੀ ਦੇ ਬੇਟੇ ਸ਼੍ਰੀ ਹੰਸ ਰਾਜ ਜੀ ਵੱਲੋਂ ਤਿਆਰ ਕਰਵਾਇਆ ਗਿਆ, ਜੋ ਕਿ ਬੜਲੇ ਦੇ ਸਨ। ਸੋ ਦਾਤਾ ਜੀ ਦੇ ਦਰਬਾਰ ਦੀ ਜੋ ਗਾਹਾਂ ਦੀ ਸੇਵਾਦਾਰੀ ਸੀ ਇਹਨਾਂ ਦੇ ਪਰਿਵਾਰ ਵੱਲੋਂ ਹੀ ਕੀਤੀ ਗਈ। ਸੋ ਇਹਨਾਂ ਤੋਂ ਬਾਅਦ ਜੋ ਪੀਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਦਾ 7 ਮੰਜ਼ਲਾ ਜੋ ਦਰਬਾਰ ਤਿਆਰ ਕਰਵਾਇਆ ਗਿਆ ਸੀ, ਇਹ ਅੱਗੇ ਦਰਬਾਰ ਦੀ ਤਿਆਰੀ ਬਾਬਾ ਫੌਜੀ ਸ਼ਾਹ ਜੀ ਵੱਲੋਂ ਕੀਤੀ ਗਈ। ਬਾਬਾ ਫੌਜੀ ਸ਼ਾਹ ਜੀ ਨੇ ਸਖਤ ਮਿਹਨਤ ਦੇ ਸਦਕਾ ਮਾਸਤਾਂ ਦਾ ਦਰਬਾਰ 7 ਮੰਜ਼ਲਾ ਤਿਆਰ ਕਰਵਾਇਆ। ਬਾਬਾ ਫੌਜੀ ਸ਼ਾਹ ਜੀ ਕਹਿੰਦੇ ਹੁੰਦੇ ਸਨ, ਜਿਸ ਦਿਨ ਮਾਸਤਾਂ ਦੇ ਦਰਬਾਰ 'ਤੇ ਗੁੰਬਦ ਵੱਜ ਗਿਆ ਅਸੀਂ ਇਸ ਜਹਾਨ ਤੋਂ ਪਰਦਾ ਕਰ ਜਾਵਾਂਗੇ। ਸੋ ਦੱਸਦੇ ਹਨ ਕਿ ਜਿੱਦਣ ਗੁੰਬਦ ਵੱਜ ਗਿਆ ਸੀ ਉਦਣ ਬਾਬਾ ਫੌਜੀ ਸ਼ਾਹ ਜੀ ਬਿਮਾਰ ਹੋਏ ਸੀ ਔਰ ਕੁਛ ਕੁ ਦਿਨਾਂ ਬਾਅਦ ਬਾਬਾ ਫੌਜੀ ਸ਼ਾਹ ਜੀ ਨੇ ਇਸ ਸਰੀਰ ਦਾ ਤਿਆਗ ਕੀਤਾ। ਸੋ ਇੱਦਾਂ ਦੇ ਬਾਬਾ ਫੌਜੀ ਸ਼ਾਹ ਜੀ ਸਨ। ਸੋ ਇਹ ਸੀ ਇਤਿਹਾਸ ਪੀਰ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਦੇ ਦਰਬਾਰ ਦਾ, ਕਿਸ ਤਰ੍ਹਾਂ ਦਾ ਦਰਬਾਰ 1947 ਤੋਂ ਪਹਿਲਾਂ ਸੀ ਔਰ 1947 ਤੋਂ ਬਾਅਦ ਕਿਹਨਾਂ ਸੇਵਾਦਾਰਾਂ ਨੇ ਮੀਆਂ ਹਸਨ ਮੁਹੰਮਦ ਸੱਚੀਆਂ ਸਰਕਾਰਾਂ ਦੇ ਦਰਬਾਰ ਦੀ ਤਿਆਰੀ ਕੀਤੀ। ਸੋ ਜਾਣਕਾਰੀ ਦਿੰਦਿਆਂ ਅਗਰ ਕਿਸੇ ਵੀ ਕਿਸਮ ਦੀ ਕੋਈ ਗਲਤੀ ਹੋ ਗਈ ਹੋਵੇ ਸੋ ਸੰਗਤਾਂ ਬਖਸ਼ਣਹਾਰ ਹਨ, ਦਾਤਾ ਜੀ ਬਖਸ਼ਣਹਾਰ ਹਨ। ਸੋ ਇੰਨਾ ਹੀ ਕਹਿੰਦਾ ਹੋਇਆ ਸਾਰੀਆਂ ਹੀ ਸੰਗਤਾਂ ਨੂੰ ਜੈ ਮਾਸਤਾਂ ਦੀ, ਜੈ ਪੀਰਾਂ ਦੀ।